ता मैं संतोख न पाया। कौडी कौडी जोर कै कबीर, कौडी कौडी जोर कै। जोरे लाख करोड़, चलती बार न कछ मिलियो। लई लंगोटी तोर, चलती बार न कछ मिलियो। लई लंगोटी तोर। गुरु प्यारी, गुरु सवारी, साध संगत जी, ज्ञान दे सागर साहिब श्री गुरु ग्रंथ साहिब जी महाराज, तिन्हां दी बख्शिश हुई है। ਆਪਾਂ ਰੋਜ਼ਾਨਾ ਹੀ ਗੁਰੂ ਜੀ ਦੇ ਸੋਹਣੇ ਚਰਨਾਂ ਦੇ ਪਾਸ ਆ ਕੇ ਸਜਦੇ ਹਾਂ ਅਤੇ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰਦੇ ਹਾਂ। ਸੋ ਆਓ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਆ ਹੋਇਆ ਹੈ, ਜੋ ਕਿ ਜੈਤਸਰੀ ਰਾਗ ਦੇ ਵਿੱਚ 700 ਅੰਗ ਤੇ ਗੁਰੂ ਮਹਾਰਾਜ ਵਿੱਚ ਦਰਜ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਦੇ ਅੰਦਰ ਨਾ ਇੱਕ ਜਿਹੜੀ ਸੱਚਾਈ ਹੁੰਦੀ ਆ ਦੁਨੀਆ ਦੀ, ਸਾਡੇ ਜਿਹੜੇ ਭੁਲੇਖੇ ਹੁੰਦੇ ਨੇ ਉਹ ਦੂਰ ਕੀਤੇ ਨੇ। ਇਨਸਾਨ ਦੀਆਂ ਅੱਖਾਂ ਤੇ ਇੱਕ ਪਰਦਾ ਨਹੀਂ, ਬਹੁਤ ਪਰਦੇ ਨੇ। ਜੋ ਕੁਝ ਅਸੀਂ ਵੇਖਦੇ ਹਾਂ ਉਹ ਇੱਕ ਪਰਦਾ ਹੀ ਆ। ਇਨਸਾਨ ਦੀਆਂ ਅੱਖਾਂ ਲੋੜ ਤੋਂ ਵੱਧ ਪਰਦਿਆਂ ਨਾਲ ਕੱਜੀਆਂ ਹੋਈਆਂ ਨੇ। ਜੋ ਇਨਸਾਨ ਦੇਖਦਾ ਹੈ ਉਹ ਵੀ ਪਰਦਾ ਹੀ ਦੇਖਦਾ ਹੈ, ਉਹਨੂੰ ਸੱਚ ਨਹੀਂ ਦਿਖਦਾ। ਇਨਸਾਨ ਦੇ ਕੰਨ ਲੋੜ ਤੋਂ ਵੱਧ ਪਰਦਿਆਂ ਦੇ ਨਾਲ ਢਕੇ ਹੋਏ ਨੇ। ਜੋ ਸੱਚ ਦੀ ਆਵਾਜ਼ ਹੈ ਉਹਦੇ ਤੱਕ ਪਹੁੰਚਦੀ ਨਹੀਂ, ਅੱਪੜਦੀ ਨਹੀਂ। ਮੌਤ ਦੁਨੀਆ ਦਾ ਸਭ ਤੋਂ ਵੱਡਾ ਸੱਚ ਹੈ, ਜਿਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਅੰਦਰ ਸਮਝਾਇਆ ਹੈ, ਹਾਂ ਹਾਂ ਕਰਤ ਬਿਹਾਨੀ ਅਬਦੈ, ਤਾ ਮੈਂ ਸੰਤੋਖ ਨ ਪਾਇਆ। ਹਰ ਇਨਸਾਨ ਨੂੰ ਲੱਗਦਾ ਹੈ ਕਿ ਮੌਤ ਤਾਂ ਬਣੀ ਆ, ਪਰ ਉਹ ਦੂਜਿਆਂ ਲਈ ਆ, ਮੇਰੇ ਵਾਸਤੇ ਨਹੀਂ ਆ। ਕਿਉਂਕਿ ਉਹਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਵੀ ਇਸ ਦੁਨੀਆ ਤੋਂ ਜਾਵਾਂਗਾ। ਇਸ ਕਰਕੇ ਜਦੋਂ ਯਕੀਨ ਹੀ ਨਹੀਂ ਹੁੰਦਾ ਤਾਂ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸੱਚ ਮੰਨ ਲੈਂਦਾ ਹੈ, ਜਦੋਂ ਕਿ ਹੁੰਦਾ ਉਹ ਇੱਕ ਝੂਠ ਹੈ। ਤੇ ਉਹਦੀ ਦੋਸਤੀ ਵੀ, ਉਹਦੀ ਮਿੱਤਰਤਾ ਵੀ ਉਹੋ ਜਿਹੇ ਬੰਦਿਆਂ ਨਾਲ ਹੋ ਜਾਂਦੀ ਆ। ਕੂੜ ਕੂੜੈ ਨੇਹੋਂ ਲੱਗਾ, ਕੂੜ ਦਾ ਕੂੜ ਦੇ ਨਾਲ ਨੇਹ ਲੱਗ ਜਾਂਦਾ, ਪਿਆਰ ਪੈ ਜਾਂਦਾ ਹੈ, ਮੋਹ ਪੈ ਜਾਂਦਾ ਹੈ। ਵਿਸਰਿਆ ਕਰਤਾਰ, ਅਸਲੀ ਮਿੱਤਰ ਨਹੀਂ ਬਣਦਾ। ਭਾਵ ਅਸੀਂ ਉਹਨੂੰ ਬਣਾਉਂਦੇ ਨਹੀਂ, ਉਹ ਬਣਨ ਨੂੰ ਤਿਆਰ ਹੈ। ਇਹੀ ਦੱਸਿਆ ਹੈ ਇਸ ਸ਼ਬਦ ਅੰਦਰ। ਆਓ ਪੂਰੇ ਵਿਸਥਾਰ ਦੇ ਨਾਲ ਮਹਾਰਾਜ ਨੇ ਕੀ ਆਖਿਆ ਹੈ ਇਹਦੀ ਵਿਚਾਰ ਕਰੀਏ ਜੀ। ਜੈਤ ਸਰੀ ਮਹੱਲਾ ਪੰਜਵਾ।
ਜੈਤ ਸਰੀ ਇੱਕ ਰਾਗ ਦਾ ਨਾਮ ਆ। 31 ਰਾਗ ਨੇ ਮਹਾਰਾਜ ਵਿੱਚ, ਉਹਨਾਂ ਵਿੱਚੋਂ ਹੀ ਇੱਕ ਜੈਤ ਸਰੀ ਬਹੁਤ ਸੋਹਣਾ ਰਾਗ ਹੈ। ਉਹਦੇ ਵਿੱਚ ਇਹ ਸ਼ਬਦ ਗਾਇਆ ਹੋਇਆ ਹੈ, ਮਹੱਲਾ ਪੰਜਵਾ। ਇੱਥੋਂ ਹੀ ਪਤਾ ਲੱਗਿਆ ਕਿ ਇਹ ਪੰਜਵੇਂ ਗੁਰੂ ਦਾ ਸ਼ਬਦ ਹੈ, ਪੰਜਵੇਂ ਗੁਰੂ ਦੀ ਬਾਣੀ ਹੈ, ਗੁਰੂ ਅਰਜਨ ਦੇਵ ਜੀ ਦੀ। ਘਰ ਤੀਜਾ, ਤੀਜੇ ਘਰ ਵਿੱਚ ਗਾਉਣਾ ਹੈ। ਇਹ ਸਿਰਫ ਰਬਾਬੀਆਂ ਲਈ ਆ, ਜਿਹੜੇ ਕੀਰਤਨ ਕਰਦੇ ਨੇ। ਸੁਰ ਅਤੇ ਤਾਲ ਨੂੰ ਤੀਜੇ ਘਰ ਵਿੱਚ ਮਿਲਾ ਕੇ ਨਾ ਗਾਇਓ, ਬਹੁਤ ਸੋਹਣਾ ਲੱਗੇਗਾ ਸ਼ਬਦ ਹੋਰ ਵੀ ਜਦੋਂ ਗਾਓਗੇ। ਇਹ ਤੀਜੇ ਘਰ ਦੇ ਵਿੱਚ ਗਾਓਗੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਸਾਨੂੰ ਬਣਾਉਣ ਵਾਲਾ ਜੋ ਆ, ਪਾਲਣ ਵਾਲਾ ਜੋ ਆ, ਮਿਟਾਉਣ ਵਾਲਾ ਜੋ ਆ, ਜੋ ਤਿੰਨੇ ਕਰਮ ਕਰਦਾ ਹੈ, ਉਹ ਇੱਕ ਹੀ ਹੈ। ਓੰਕਾਰ ਉਹਦਾ ਬੋਲ ਆ, ਉਹਦੀ ਭਾਸ਼ਾ ਹੈ, ਉਹਦਾ ਪਸਾਓ ਆ, ਉਹਦਾ ਕਵਾਓ ਆ। ਇਸ ਕਰਕੇ ਉਹ ਸਤਿਗੁਰ ਪ੍ਰਸਾਦ, ਉਹ ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਪਾਇਆ ਜਾ ਸਕਦਾ ਹੈ। ਇਸ ਤੋਂ ਬਿਨਾਂ ਉਹਨੂੰ ਨਹੀਂ ਪਾਇਆ ਜਾ ਸਕਦਾ। ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ, ਮਿਹਰ ਨੂੰ। ਅੱਗੇ ਹੁਕਮਨਾਮੇ ਦੀ ਸ਼ੁਰੂਆਤ ਹੁੰਦੀ ਆ, ਕੋਈ ਜਾਣੈ ਕਵਣ ਈਹਾਂ ਜਗ ਮੀਤ। ਗੁਰੂ ਸਾਹਿਬ ਜੀ ਕਹਿੰਦੇ, ਮੈਂ ਇਸ ਗੱਲ ਨੂੰ ਲੈ ਕੇ ਹੈਰਾਨ ਹਾਂ। ਕੋਈ ਕੋਈ ਜਾਣਦਾ ਹੈ, ਕੋਈ ਕੋਈ ਸਮਝਦਾ ਹੈ। ਕੀ ਸਮਝਦਾ ਹੈ ਉਹ ਦੱਸਦੇ ਨੇ, ਕਵਣ ਈਹਾਂ ਜਗ ਮੀਤ। ਇਸ ਦੁਨੀਆ ਦੇ ਵਿੱਚ ਅਸਲੀ ਮਿੱਤਰ, ਮੀਤ ਦੇ ਅਰਥ ਹੁੰਦੇ ਨੇ ਮਿੱਤਰ, ਪਿਆਰਾ। ਕੌਣ ਆ ਉਹਦਾ ਅਸਲੀ ਮਿੱਤਰ? ਕੋਈ ਕੋਈ ਆ, ਜਿਹੜਾ ਇਸ ਗੱਲ ਨੂੰ ਸਮਝਦਾ ਹੈ, ਪਛਾਣਦਾ ਹੈ, ਜਿਹਨੂੰ ਇਸ ਗੱਲ ਦੀ ਸੋਝੀ ਆ। ਕੋਈ ਜਾਣੈ, ਕੋਈ ਹੋਈ ਆ। ਮੰਨ ਲਓ ਕਰੋੜ ਬੰਦਾ ਹੈ, ਕਰੋੜ ਇਨਸਾਨ ਬੈਠੇ ਨੇ, ਉਹਦੇ ਵਿੱਚੋਂ ਇੱਕ ਹੀ ਬੰਦਾ ਹੋਵੇਗਾ ਜਿਹਨੂੰ ਇਹ ਗੱਲ ਦੀ ਸਮਝ ਹੋਵੇਗੀ। ਕੋਟਨ ਮੈਂ ਨਾਨਕ ਕੋ, ਕੋਟਨ ਕਹਿੰਦੇ ਨੇ ਕਰੋੜਾਂ ਨੂੰ। ਕੋਟਨ ਮੈਂ ਨਾਨਕ ਕੋ, ਕਰੋੜਾਂ ਦੇ ਪਿੱਛੇ ਇੱਕ ਅੱਧ ਬੰਦਾ ਹੀ ਹੁੰਦਾ ਹੈ। ਨਾਰਾਇਣ ਜਿਹੇ ਚੀਤ, ਜਿਹਦੇ ਅੰਦਰ ਰੱਬ ਦੀ ਯਾਦ ਹੁੰਦੀ ਆ। ਬਾਕੀਆਂ ਦੇ ਅੰਦਰ ਰੱਬ ਦੀ ਯਾਦ ਤੋਂ ਸਿਵਾਏ ਸਭ ਕੁਝ ਹੁੰਦਾ ਹੈ। ਕੋਈ ਜਾਣੈ ਕਵਣ ਈਹਾਂ ਜਗ ਮੀਤ। ਕੋਈ ਕੋਈ ਜਾਣਦਾ ਹੈ ਕਿਸ ਦੁਨੀਆ ਤੇ ਮੇਰਾ ਅਸਲ ਮਿੱਤਰ ਕੌਣ ਹੈ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕਿ ਨਿਰਮਲ ਰੀਤ। ਸਮਝਦਾ ਵੀ ਉਹੀ ਆ ਜਿਹਦੇ ਤੇ ਗੁਰੂ ਨਾਨਕ ਦੀ ਕਿਰਪਾ ਹੁੰਦੀ ਆ। ਉਹੀ ਇਹ ਗੱਲ ਨੂੰ ਬੁੱਝਦਾ ਹੈ। ਜਿਸ ਦਿਨ ਉਹ ਬੁੱਝ ਲੈਂਦਾ ਹੈ, ਉਸੇ ਦਿਨ ਤੋਂ ਹੀ ਉਹਦੀ ਨੀਤੀ ਆ, ਜਿਹੜੀ ਜਿਉਣ ਦਾ ਢੰਗ ਆ, ਨਿਰਮਲ ਹੋ ਜਾਂਦਾ ਹੈ। ਭਾਈ ਨੰਦ ਲਾਲ ਜੀ ਦਾ ਇੱਕ ਸ਼ਬਦ ਹੈ, ਬਹੁਤ ਸੋਹਣਾ, ਜਿਹਦੀ ਵਿਆਖਿਆ ਹੈ। ਕਹਿੰਦੇ, ਜਿਸ ਨੂੰ ਵੀ ਰੱਬ ਦੀ ਯਾਦ ਪ੍ਰਾਪਤ ਹੋ ਜਾਂਦੀ ਆ, ਉਹ ਬੰਦਾ ਤੁਛ ਤੋਂ ਗਿਆਨਵਾਨ ਹੋ ਜਾਂਦਾ ਹੈ। ਜਿਸ ਇਨਸਾਨ ਨੂੰ ਰੱਬ ਦੀ ਯਾਦ, ਅੱਲਾ ਦੀ ਯਾਦ, ਕਲਗੀਆਂ ਵਾਲੇ ਦੀ ਯਾਦ ਪ੍ਰਾਪਤ ਹੋ ਜਾਂਦੀ ਹੈ, ਉਹ ਬੰਦਾ ਤੁਛ ਤੋਂ, ਨਾ ਕੁਛ ਤੋਂ ਸਭ ਕੁਝ ਹੋ ਜਾਂਦਾ ਹੈ। ਤੁਛ ਤੋਂ ਗਿਆਨਵਾਨ ਹੋ ਜਾਂਦਾ ਹੈ। ਭਾਈ ਨੰਦ ਲਾਲ ਜੀ ਦੇ ਬਚਨ ਨੇ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕਿ ਨਿਰਮਲ ਰੀਤ। ਦੇਖੋ, ਸਾਡੇ ਮੈਂ ਇੱਕ ਮਹਾਂਪੁਰਸ਼ਾਂ ਨੂੰ ਸੁਣ ਰਿਹਾ ਸੀ, ਬਹੁਤ ਪਿਆਰੀ ਕਥਾ ਕਰਦੇ ਨੇ। ਸਾਡੇ ਜੋ ਮੰਜੀ ਸਾਹਿਬ ਹੈ, ਉੱਥੋਂ ਦੇ ਹੈੱਡ ਨੇ। ਨਾਮ ਹੈ ਉਹਨਾਂ ਦਾ ਭਾਈ ਜਸਵੰਤ ਸਿੰਘ ਜੀ ਪਰਵਾਨਾ। ਬਹੁਤ ਸੋਹਣੀ ਕਥਾ ਕਰਦੇ ਆ, ਚੰਗੇ ਨੇ ਬਹੁਤ। ਕਥਾਵਾਚਕ ਨਾਲ ਹੋਣਾ ਅਤੇ ਚੰਗਾ ਇਨਸਾਨ ਹੋਣਾ, ਇਹ ਗੱਲ ਬੜੀ ਜ਼ਰੂਰੀ ਹੁੰਦੀ ਆ। ਉਹ ਚੰਗੇ ਵੀ ਨੇ, ਕਥਾਵਾਚਕ ਵੀ ਵਧੀਆ ਨੇ।
ਕਹਿੰਦੇ ਸਨ ਇੱਕ ਦਿਨ, ਕਹਿੰਦੇ ਜਿਸ ਦਿਨ ਤੁਸੀਂ ਵਿਆਹ ਦੇ ਕਾਰਡ ਵੰਡਣੇ ਹੋਣ ਆਪਣੇ ਪੁੱਤਰ ਦੇ, ਧੀ ਦੇ, ਉਦੋਂ ਨਾ ਗਿਣਿਓ ਕਿ ਤੁਹਾਡੇ ਕਿੰਨੇ ਮਿੱਤਰ ਨੇ। ਜਿਸ ਦਿਨ ਘਰ ਵਿੱਚ ਪੀੜਾ ਹੋਵੇ, ਜਿਸ ਦਿਨ ਘਰ ਵਿੱਚ ਦੁੱਖ ਹੋਵੇ, ਉਸ ਦਿਨ ਜਾਣਿਓ ਕਿ ਮੇਰੇ ਕਿੰਨੇ ਮਿੱਤਰ ਨੇ। ਇੱਕ ਕਿਤਾਬ ਪੜ੍ਹ ਰਿਹਾ ਸੀ, ਨਾਮ ਹੈ ਉਹਦਾ ਮਾਲਾ ਮਣਕੇ, ਵੋਲੀਅਮ 2 ਉਹਦਾ ਛਪਿਆ ਹੈ। ਉਹਦੇ ਵਿੱਚ ਇੱਕ ਗੱਲ ਲਿਖੀ ਆ, ਕਹਿੰਦੇ ਪਹਿਲਾਂ ਇਹ ਗਿਣੋ ਮੇਰੇ ਕਿੰਨੇ ਮਿੱਤਰ ਨੇ, ਪਹਿਲਾਂ ਇਹ ਗਿਣੋ, ਫਿਰ ਇਹ ਗਿਣੋ ਮੈਂ ਕਿੰਨਿਆਂ ਦਾ ਮਿੱਤਰ ਹਾਂ। ਮੇਰੇ ਕਿੰਨੇ ਦੋਸਤ ਨੇ, ਪਹਿਲਾਂ ਇਹ ਗਿਣੋ, ਮੈਂ ਕਿੰਨਿਆਂ ਦਾ ਦੋਸਤ ਹਾਂ, ਫਿਰ ਇਹ ਗਿਣੋ, ਤੇ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੇ ਕਿੰਨੇ ਮਿੱਤਰ ਨੇ। ਖੁਸ਼ੀ ਦੇ ਵਿੱਚ ਤਾਂ ਬਹੁਤ ਸਾਰੇ ਸੱਜਣ ਸੁੱਖ ਮੈਂ ਆਨ। ਗੁਰਬਾਣੀ ਦੀਆਂ ਪੰਕਤੀਆਂ ਬੜੀਆਂ ਸੋਹਣੇ ਤਰੀਕੇ ਨਾਲ ਸਮਝ ਆ ਜਾਂਦੀਆਂ ਨੇ, ਬਸ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੁੰਦੀ ਹੈ, ਥੋੜ੍ਹਾ ਜਿਹਾ, ਜ਼ਿਆਦਾ ਵੀ ਨਹੀਂ ਮੈਂ ਕਹਾਂਗਾ, ਬਸ ਇਕਾਗਰ ਹੋਣਾ ਚਾਹੀਦਾ ਹੈ ਮਨ, ਸਮਝ ਤੁਹਾਨੂੰ ਆਪੇ ਆ ਜਾਏਗੀ। ਇਵੇਂ ਕਰਕੇ ਪੰਕਤੀ ਹੈ ਪਿਆਰਿਓ, ਸੁਖ ਮੈਂ ਆਨ ਬਹੁਤ ਮਿਲ ਬੈਠਤ। ਸੁੱਖ ਦੇ ਵਿੱਚ ਤਾਂ ਬਹੁਤ ਆ ਜਾਂਦੇ ਨੇ, ਬਹੁਤ ਮਿੱਤਰ ਆ ਜਾਂਦੇ ਨੇ। ਰਹਿਤ ਚਹੂ ਦਿਸ ਘੇਰੈ, ਘੇਰਾ ਪਾ ਲੈਂਦੇ ਨੇ ਬੰਦੇ ਨੂੰ, ਸੱਜੇ ਵੀ ਮੇਰਾ ਸਾਥੀ, ਖੱਬੇ ਵੀ ਮੇਰਾ ਸਾਥੀ, ਅੱਗੇ ਵੀ ਮੇਰਾ ਸਾਥੀ, ਪਿੱਛੇ ਵੀ ਮੇਰਾ ਮਿੱਤਰ, ਯਾਰ, ਦੋਸਤ। ਠੀਕ ਹੈ, ਸੁੱਖ ਕਰਕੇ ਆਏ ਨੇ, ਪਰ ਅੱਗੇ ਪੰਕਤੀ ਆ, ਬਿਪਤ ਭਰੀ। ਬਿਪਤ ਕਹਿੰਦੇ ਨੇ ਦੁੱਖ ਨੂੰ, ਦੁੱਖ ਆ ਗਿਆ, ਬਿਪਤ ਭਰੀ ਸਭ ਹੀ ਸੰਗ ਛਾੜਤ। ਦੁੱਖ ਦੇ ਵਿੱਚ ਕੌਣ ਬੰਦੇ ਦਾ ਸਾਥ ਦਿੰਦਾ ਹੈ? ਸਿਆ ਬਾਕੀ ਮੈਂ अंधेरा भी, स्या बाकी मैं अंधेरा भी इंसान से दूर रहता है। ਜਦੋਂ ਬਹੁਤ ਸਾਰਾ ਅੰਧੇਰਾ ਹੋ ਜਾਂਦਾ ਹੈ, ਉਦੋਂ ਤਾਂ ਪਰਛਾਵਾਂ ਵੀ ਬੰਦੇ ਦਾ ਸਾਥ ਛੱਡ ਦਿੰਦਾ ਹੈ। ਤੇ ਇਹ ਮਿੱਤਰ ਤਾਂ ਕੌਣ ਹੁੰਦੇ ਨੇ? ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ। ਬਿਪਤ ਭਰੀ, ਜਦੋਂ ਬਿਪਤਾ ਪੈ ਗਈ, ਕੋਈ ਸਾਥ ਨਹੀਂ ਦਿੰਦਾ। ਹਨੇਰਾ ਹੋ ਜੇ ਤੇ ਪਰਛਾਵਾਂ ਵੀ ਜਿਹੜਾ ਹੈ ਨਾ, ਉਹ ਬੰਦੇ ਦਾ ਸਾਥ ਛੱਡ ਜਾਂਦਾ ਹੈ। ਪਰਛਾਵਾਂ ਵੀ ਚਾਨਣੇ ਹੁੰਦਾ, ਸੂਰਜ ਦੀ ਰੌਸ਼ਨੀ ਆ, ਕੋਈ ਲਾਈਟ ਪੈ ਰਹੀ ਆ, ਫੇਰ ਹੀ ਪਰਛਾਵਾਂ ਬਣੇਗਾ ਨਾ। ਹਨੇਰਾ ਹੋ ਗਿਆ, ਹਨੇਰੇ 'ਚ ਤੇ ਪਰਛਾਵਾਂ ਵੀ ਨਹੀਂ ਤੁਹਾਡਾ ਸਾਥ ਦੇਵੇਗਾ। ਮਿੱਤਰ ਦੋਸਤ ਤਾਂ ਤੁਸੀਂ ਛੱਡੋ। ਗੁਰੂ ਅਰਜਨ ਦੇਵ ਜੀ ਨੇ ਜਿਵੇਂ ਇੱਕ ਦੀਵਾ ਲੈ ਕੇ ਸਾਨੂੰ ਚਾਨਣ ਨਹੀਂ ਕੀਤਾ ਹੁੰਦਾ, ਉਹ ਮਹਾਰਾਜ ਦਾ ਇਹ ਸ਼ਬਦ ਇਵੇਂ ਇਹਨੂੰ ਸਮਝਿਓ। ਮੈਂ ਬਹੁਤ ਵਾਰੀ ਇਹ ਦੀਵਾਨ ਵਿੱਚ ਕਿਹਾ, ਇਹ ਚੀਜ਼ਾਂ ਪੜ੍ਹ ਕੇ ਛੱਡਣ ਵਾਲੀਆਂ ਨਹੀਂ ਹਨ, ਇਹ ਮਹਿਸੂਸ ਕਰਨ ਵਾਲੀਆਂ ਨੇ। ਪੜ੍ਹਨਾ ਕੁਝ ਹੋਰ ਆ, ਮਹਿਸੂਸ ਕਰਨਾ ਕੁਝ ਹੋਰ ਆ। ਗੁਰਸਿੱਖ ਕਹਿੰਦੇ ਨੇ ਕਿ ਇਸ ਦੁਨੀਆ 'ਤੇ ਅਸੀਂ 4 ਦਿਨਾਂ ਦੇ ਪ੍ਰਾਹੁਣੇ ਹਾਂ। ਕਹਿੰਦੇ ਵੀ ਨੇ, ਮਹਿਸੂਸ ਵੀ ਕਰਦੇ ਨੇ। ਆਮ ਬੰਦਾ ਕਹੂਗਾ ਇਹ ਦੁਨੀਆ 4 ਦਿਨਾਂ ਦੀ ਆ, ਮੇਲਾ ਹੀ ਆ ਇੱਕ, ਉਹ ਉੱਪਰੋਂ ਕਹੂਗਾ। ਗੁਰਸਿੱਖ ਕਹੂਗਾ ਵੀ, ਸਮਝੂਗਾ ਵੀ, ਮਹਿਸੂਸ ਵੀ ਕਰੂਗਾ। ਸੋ ਕਹਿਣ ਦੇ ਨਾਲੋਂ ਮਹਿਸੂਸ ਕਰਨਾ, ਇਹ ਤੁਹਾਨੂੰ ਬਦਲਦਾ ਹੈ। ਉਹਦੇ ਨਾਲ ਤੁਹਾਡੇ ਅੰਦਰ ਭਾਵਨਾ ਪੈਦਾ ਹੁੰਦੀ ਆ। ਮੌਤ ਨੂੰ ਚੇਤੇ ਰੱਖਣਾ ਜ਼ਿੰਦਗੀ ਵਿੱਚ ਸਭ ਤੋਂ ਚੰਗੀ ਗੱਲ ਹੈ। ਗੁਰੂ ਨੂੰ ਯਾਦ ਰੱਖਣਾ, ਪਰਮਾਤਮਾ ਨੂੰ ਯਾਦ ਰੱਖਣਾ ਦੁਨੀਆ ਦੀ ਸਭ ਤੋਂ ਚੰਗੀ ਆਦਤ ਹੈ। ਗੁੱਡ ਹੈਬਿਟਸ ਹੁੰਦੀਆਂ ਨੇ, ਸਭ ਤੋਂ 1 ਨੰਬਰ 'ਤੇ ਹੈ ਹੈਬਿਟ। ਭਾਈ ਨੰਦ ਲਾਲ ਜੀ ਨੂੰ ਪੜ੍ਹ ਰਿਹਾ ਸੀ, ਬੜੀਆਂ ਸੋਹਣੀਆਂ ਗੱਲਾਂ ਨੇ ਉਹਨਾਂ ਦੀਆਂ। ਦੇਖੋ ਕਿੰਨਾ ਕਮਾਲ ਦਾ ਉਹਨਾਂ ਨੇ ਲਿਖਿਆ ਹੈ। ਕਹਿੰਦੇ ਹਰ ਇੱਕ ਦਮ ਦੀ ਅਣਗਹਿਲੀ, ਉਹਨਾਂ ਦੀਆਂ ਗਜ਼ਲਾਂ ਵਿੱਚ ਲਿਖਿਆ ਹੈ। ਹਰ ਇੱਕ ਦਮ, ਦਮ ਕਹਿੰਦੇ ਨੇ ਸਾਹ ਨੂੰ, ਹਰ ਇੱਕ ਦਮ, ਹਰ ਇੱਕ ਸਾਹ ਦੀ ਅਣਗਹਿਲੀ। ਅਣਗਹਿਲੀ ਉਹਨੂੰ ਕਹਿੰਦੇ ਆਪਾਂ, ਕੋਈ ਕੰਮ ਦਾ ਮੈਨੂੰ ਪਤਾ ਹੈ,
ਵੀ ਇਹਨੂੰ ਮੈਂ ਇਉਂ ਕਰਨਾ, ਪਰ ਮੈਂ ਕਰ ਨਹੀਂ ਰਿਹਾ। ਜਾਣ ਬੁੱਝ ਕੇ ਹਰ ਇੱਕ ਸਾਹ ਦੇ ਨਾਲ ਤੇਰਾ ਨਾਮ ਜਪਣਾ ਸੀ। ਸਾਂਸੋਂ ਕੀ ਮਾਲਾ ਪੇ ਸਿਮਰੂ ਮੈਂ ਤੇਰਾ ਨਾਮ, ਇਵੇਂ ਕਰਨਾ ਸੀ। ਹਰ ਇੱਕ ਦਮ ਦੀ ਅਣਗਹਿਲੀ ਇੱਕ ਵੱਡੀ ਮੌਤ ਹੈ। ਭਾਈ ਨੰਦ ਲਾਲ ਜੀ, ਜ਼ਿੰਦਗੀ ਕੀ ਆ ਨੰਦ ਲਾਲ? ਜ਼ਿੰਦਗੀ ਉਹੀ ਆ ਜਿਹੜੀ ਕਿਸੇ ਬਿਨਾਂ ਕਿਸੇ ਹੀਲੇ ਹੁਜਤਾਂ ਤੋਂ ਤੇਰੀ ਯਾਦ ਵਿੱਚ ਗੁਜ਼ਰੇ। ਜ਼ਿੰਦਗੀ ਕੀ ਹੈ ਨੰਦ ਲਾਲ? ਫਿਰ ਜ਼ਿੰਦਗੀ ਜਿਹੜੀ ਬਿਨਾਂ ਕਿਸੇ ਹੀਲੇ ਹੁਜਤਾਂ ਦੇ ਅਰਥ ਮੈਂ ਮਹਾਨ ਕੋਸ਼ ਵਿੱਚ ਪੜ੍ਹੇ। ਇੱਕ ਅੱਖਰ ਦੇ ਕਾਫੀ ਅਰਥ ਹੁੰਦੇ ਨੇ। ਉਹਦੇ ਵਿੱਚ ਆਇਆ ਹੈ ਸ਼ੰਕਾ ਤੇ ਤਰਕ, ਦੋ ਅਰਥ ਇਹਦੇ ਮਿਲਦੇ ਨੇ। ਸ਼ੰਕਾ ਕਰਨਾ, ਤਰਕ ਕਰਨੀ ਕਿਸੇ ਚੀਜ਼ ਤੇ, ਸ਼ੱਕ ਕਰਨਾ। ਤਾਂ ਰੱਬ ਤੇ ਸ਼ੱਕ ਕੀਤੇ ਤੋਂ ਬਗੈਰ ਬਸ ਉਹਦੀ ਯਾਦ ਵਿੱਚ ਜੁੜੇ ਰਹਿਣਾ ਹੀ ਨੰਦ ਲਾਲ ਜ਼ਿੰਦਗੀ ਹੈ। ਜ਼ਿੰਦਗੀ ਕੀ ਹੈ? ਬੰਦਗੀ ਹੀ ਜ਼ਿੰਦਗੀ ਹੈ। ਬੰਦਗੀ ਕੀ ਹੈ? ਬੰਦਗੀ ਹੀ ਜ਼ਿੰਦਗੀ ਹੈ। ਕੋਈ ਜਾਣੈ ਕਵਨ ਇਹਾਂ ਜਗਮੀਤ, ਕੋਈ ਜਾਣਦਾ ਨਾ ਪਰ ਇਹ ਗੱਲ। ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਇੱਦਾਂ ਕਰਕੇ ਡਿਵਾਈਡ ਕੀਤਾ ਸੀ ਇਨਸਾਨਾਂ ਨੂੰ ਚਾਰ ਭਾਗਾਂ 'ਚ। ਇੱਕ ਕਥਾ ਹੈ ਉਹਨਾਂ ਦੀ ਬਹੁਤ ਸੋਹਣੀ, ਜਿੰਨੀ ਵਾਰੀ ਉਹਨਾਂ ਨੂੰ ਸੁਣੋ ਤੇ ਆਨੰਦ ਹੀ ਆਉਂਦਾ ਹੈ। ਐਂ ਨਹੀਂ ਲੱਗਦਾ ਵੀ ਇਹ ਪੁਰਾਣੀ ਹੋ ਗਈ ਕਥਾ। ਪਤਾ ਨਹੀਂ ਮਹਾਰਾਜ ਵੱਲੋਂ ਕੈਸੇ ਕੈਸੇ ਮਹਾਂਪੁਰਸ਼ ਭੇਜੇ ਜਾਂਦੇ ਨੇ, ਨਿੱਤ ਨਵੇਂ ਲੱਗਦੇ ਨੇ। ਮਹਾਂਪੁਰਸ਼ਾਂ ਨੂੰ ਜਦੋਂ ਮਰਜ਼ੀ ਸੁਣ ਲਓ ਨਵੇਂ ਲੱਗਣਗੇ, ਜਦੋਂ ਦਰਸ਼ਨ ਕਰ ਲਓ ਤਾਜ਼ੇ ਲੱਗਣਗੇ। ਉਹਨਾਂ ਨੇ ਆਖਿਆ ਇਨਸਾਨ ਚਾਰ ਤਰ੍ਹਾਂ ਦੇ ਹੁੰਦੇ ਨੇ। ਪਹਿਲੇ ਤਰ੍ਹਾਂ ਦੇ ਸੰਸਾਰੀ ਜੇ ਹੁੰਦੇ ਨੇ, ਜਿਵੇਂ ਆਪਾਂ ਹਾਂ। ਸੰਸਾਰੀ ਦੀ ਕਿਸੇ ਨੇ ਪੁੱਛਿਆ ਜੀ ਪਛਾਣ ਕੀ ਹੈ? ਕਹਿੰਦੇ ਬਸ ਉਹੀ ਬੰਦਾ ਜਿਹਦੇ ਅੰਦਰ ਰੱਬ ਤੋਂ ਬਿਨਾਂ ਸਭ ਕੁਝ ਹੈ। ਰੱਬ ਦੀ ਯਾਦ ਨਹੀਂ ਆਉਂਦੀ ਜਿਹਨੂੰ ਬਿਲਕੁਲ ਵੀ, ਉਹ ਸੰਸਾਰੀ ਹੋਈ ਆ। ਧੀਆਂ ਦੀ ਯਾਦ ਆ ਰਹੀ ਆ, ਪੁੱਤਰਾਂ ਦੀ ਯਾਦ ਆ ਰਹੀ ਆ, ਪੈਸੇ ਦੀ ਯਾਦ ਆ ਰਹੀ ਆ, ਹੋਰ ਵਾਧੂ ਦੀਆਂ ਚਿੰਤਾਵਾਂ ਝੋਰੇ ਖਾ ਰਹੇ ਨੇ, ਆਉਣ ਵਾਲੇ ਸਮੇਂ ਦੀ ਚਿੰਤਾ। ਇਹਨੂੰ ਸੰਸਾਰੀ ਕਿਹਾ ਜਾਂਦਾ ਹੈ। ਇਹਨਾਂ ਦੀ ਗਿਣਤੀ ਬਹੁਤ ਹੈ, ਬਹੁਤ ਹੈ ਇਹਨਾਂ ਦੀ ਗਿਣਤੀ। 99% ਸੰਸਾਰੀ ਹੀ ਆ ਦੁਨੀਆ 'ਤੇ। ਅੱਗੇ ਥੋੜ੍ਹਾ ਜਿਹਾ ਟੁਰਦੇ ਨੇ ਅੱਗੇ। ਦੂਜੇ ਨੰਬਰ 'ਤੇ ਕਹਿੰਦੇ ਕੌਣ ਆ? ਕਹਿੰਦੇ ਜਗਿਆਸੂ ਹੁੰਦੇ ਨੇ, ਜਿਹੜੇ ਕੁਝ ਜਾਣਨਾ ਚਾਹੁੰਦੇ ਨੇ ਪੈਸੇ ਤੋਂ ਬਿਨਾਂ ਵੀ, ਜਿਨ੍ਹਾਂ ਦੀ ਕੁਝ ਲਾਈਫ ਆ। ਜਿਹੜੇ ਕਹਿੰਦੇ ਨਹੀਂ ਮਨ ਸਾਡਾ ਟਿਕਦਾ ਕਿਉਂ ਨਹੀਂ, ਮਨ ਇਵੇਂ ਕਿਉਂ ਆ, ਮੈਂ ਕ੍ਰੋਧੀ ਕਿਉਂ ਹੋ ਜਾਂਦਾ, ਮੈਂ ਬਦਲਦਾ ਕਿਉਂ ਆ ਪਲ ਪਲ। ਇਹ ਸਵਾਲ ਜਿਹਨੂੰ ਪਰੇਸ਼ਾਨ ਕਰਨ ਲੱਗ ਜਾਂਦੇ ਨੇ ਕਿ ਮੈਂ ਇਸ ਦੁਨੀਆ 'ਤੇ ਆਇਆ, ਮੇਰਾ ਜਨਮ ਹੋਇਆ, ਮੇਰੇ ਜਨਮ ਹੋਣ ਦੇ ਨਾਲ ਮਾਂ ਦਾ ਜਨਮ ਹੋਇਆ, ਮੈਂ ਸਕੂਲ ਪੜ੍ਹਨ ਭੇਜਿਆ ਗਿਆ, ਪਾਠਸ਼ਾਲਾ ਵਿੱਚ ਪੜ੍ਹਿਆ, ਫਿਰ ਮੇਰਾ ਵਿਆਹ ਕਰ ਦਿੱਤਾ, ਨੌਕਰੀ ਮਿਲ ਗਈ, ਫਿਰ ਉਹ ਬੱਚਿਆਂ ਦੇ ਮੇਰੇ ਅੱਗੇ ਵਿਆਹ ਹੋ ਗਏ, 4 ਬੰਦੇ ਚੱਕ ਕੇ ਮੈਨੂੰ ਸ਼ਮਸ਼ਾਨ ਘਾਟ ਛੱਡ ਆਏ। ਇਹ ਤਾਂ ਨਹੀਂ ਨਾ ਲਾਈਫ ਹੋਈ, ਇਹ ਨਹੀਂ ਲਾਈਫ ਹੋਈ, ਕੁਝ ਹੋਰ ਆ ਜ਼ਿੰਦਗੀ। ਜ਼ਿੰਦਗੀ ਨੰਦ ਲਾਲ ਹਰ ਇੱਕ ਦਮ ਦੀ ਅਣਗਹਿਲੀ ਇੱਕ ਵੱਡੀ ਮੌਤ ਹੈ। ਬਿਨਾਂ ਕਿਸੇ ਹੀਲੇ ਤੇ ਹੁਜਤਾਂ ਤੋਂ ਉਹਦੀ ਰੱਬ ਦੀ ਯਾਦ ਵਿੱਚ ਜੁੜਨਾ ਹੀ ਜ਼ਿੰਦਗੀ ਹੈ। ਇਹ ਸਵਾਲ ਜਿਹਨੂੰ ਪਰੇਸ਼ਾਨ ਕਰਦੇ ਨੇ ਉਹ ਜਗਿਆਸੂਆਂ ਦੀ ਗਿਣਤੀ 'ਚ ਆਉਂਦਾ ਹੈ। ਇਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਆ। ਮੰਨ ਲਓ 100 ਬੰਦਾ ਬੈਠਾ ਹੈ, ਉਹਦੇ ਵਿੱਚ ਤੁਹਾਨੂੰ 5 ਕੁ ਜਗਿਆਸੂ ਮਿਲਣਗੇ। ਇੱਕ ਤੁਲਨਾ ਹੈ, ਕੰਪੇਅਰ ਹੈ, ਉਦਾਹਰਨ ਹੀ ਹੈ। ਤਾਂ ਇੱਕ 100 ਬੰਦਾ ਬੈਠਾ ਹੈ, 5 ਕੁ ਬੰਦੇ ਜਗਿਆਸੂ ਹੁੰਦੇ ਨੇ, 95 ਸੰਸਾਰੀ ਹੁੰਦੇ ਨੇ। ਹੁਣ ਅੱਗੇ ਤੀਜੇ ਨੰਬਰ 'ਤੇ ਕੌਣ ਨੇ? ਤੀਜੇ ਨੰਬਰ 'ਤੇ ਆਉਂਦੇ ਨੇ ਸਾਧੂ ਜਨ। ਇਹ ਕੌਣ ਹੁੰਦੇ ਨੇ? ਜਿਹੜੇ ਸੱਚ 'ਤੇ ਤੁਰ ਪੈਂਦੇ ਨੇ, ਸੱਚ 'ਤੇ ਤੁਰ ਪੈਂਦੇ ਨੇ। ਪਹੁੰਚਣਾ ਨਾ ਪਹੁੰਚਣਾ ਇਹ ਰੱਬ ਦੀ ਰਜ਼ਾ ਹੈ, ਪਰ ਤੁਰਦੇ ਤਾਂ ਹੈਗੇ ਨੇ ਨਾ। ਇਹ 100 ਦੇ ਵਿੱਚੋਂ 2 ਹੀ ਹੁੰਦੇ ਨੇ। 100 ਬੰਦਾ ਬੈਠਾ, ਉਹ 'ਚੋਂ 2 ਹੀ ਸਾਧੂ ਹੋਣਗੇ। ਅਤੇ ਉਦੋਂ ਬਾਅਦ ਚੌਥੇ ਨੰਬਰ 'ਤੇ ਸੰਤ ਹੁੰਦੇ ਨੇ। ਇਹ 1% ਆ ਦੁਨੀਆ ਦੀ ਆਬਾਦੀ 'ਚੋਂ।
ਉਹ ਸੰਤ ਨਹੀਂ ਜਿਹੜੇ ਤੁਹਾਨੂੰ ਕਦਮ ਕਦਮ 'ਤੇ ਮਿਲ ਰਹੇ ਆ, ਉਹ ਸੰਤ ਨਹੀਂ ਹੈਗੇ। ਉਹ ਸੰਤ ਤੋਂ ਬਿਨਾਂ ਕੁਝ ਹੋਰ ਹੋਣਗੇ, ਸਾਧੂ ਸੰਤ ਨਹੀਂ ਹੋ ਸਕਦੇ। ਇਹ 1% ਆ। ਕੋਟਨ ਕਹਿੰਦੇ ਨੇ ਕਰੋੜਾਂ ਨੂੰ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਕਰੋੜਾਂ ਦੇ ਪਿੱਛੇ ਕੋਈ ਇੱਕ ਅੱਧਾ ਹੀ ਆ ਜਿਹਦੇ ਦਿਲ 'ਚ ਰੱਬ ਦੀ ਯਾਦ ਆ। ਗੁਰੂ ਤੇਗ ਬਹਾਦਰ ਜੀ। ਇੱਕ ਕਹਾਣੀ ਪੜ੍ਹ ਰਿਹਾ ਸੀ, ਦੀ ਵਨ ਸਟੋਰੀ ਕੈਨ ਚੇਂਜ ਯੂਅਰ ਲਾਈਫ। ਗੋਰਿਆਂ ਦੀ ਇੱਕ ਕਿਤਾਬ ਹੈ, ਸਟੋਰੀਜ਼ ਫਰੋਮ ਹੇਅਰ ਐਂਡ ਦੇਅਰ ਉਹਦਾ ਨਾਮ ਹੈ। ਉਹਦਾ ਪੰਜਾਬੀ 'ਚ ਅਨੁਵਾਦ ਹੋਇਆ ਅਤੇ ਬੜੀ ਉਹ ਵਿਕੀ ਕਿਤਾਬ, ਮਤਲਬ ਵਿਦਵਾਨਾਂ ਨੇ ਬੜੀ ਖਰੀਦੀ, ਉਹ ਪੜ੍ਹੀ। ਉਹਦੇ ਵਿੱਚ ਲਗਭਗ 550 ਕਹਾਣੀਆਂ ਨੇ ਅਤੇ ਇੱਕ ਕਹਾਣੀ ਜਿਹੜੀ ਆ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਉਹਦੇ ਵਿੱਚ ਇੱਕ ਗੱਲ ਮੈਂ ਪੜ੍ਹੀ, ਬੜੀ ਸੁੰਦਰ ਲੱਗੀ ਮੈਨੂੰ। ਮਹਾਤਮਾ ਬੁੱਧ ਜੀ ਇੱਕ ਦਿਨ ਅੱਖਾਂ ਮੀਟ ਕੇ ਬੈਠੇ ਹੋਏ ਸਨ। ਕੋਈ ਸੱਜਣ ਸੀ, ਸੰਗੀਤਕਾਰ ਸੀ, ਉਹਦਾ ਇੱਕ ਚੇਲਾ ਸੀ ਲਾਗੇ ਥੋੜ੍ਹੀ ਬਾਟ 'ਤੇ। ਉਹਨੂੰ ਇੱਕ ਤਾਰਾ, ਇੱਕ ਸਾਜ਼ ਹੁੰਦਾ, ਇੱਕ ਤਾਰਾ, ਉਹਦੇ ਇੱਕ ਤਾਰ ਹੀ ਹੁੰਦੀ ਆ ਅਤੇ ਉਹਨੂੰ ਨਾ ਵਜਾਉਣ ਤੋਂ ਪਹਿਲਾਂ ਤਾਰ ਨੂੰ ਕੱਸਣਾ ਪੈਂਦਾ ਹੈ। ਜੇ ਤੁਸੀਂ ਬਾਹਲੀ ਕੱਸ ਦਿਓ ਉਹ ਤਾਂ ਵੀ ਨਹੀਂ ਵੱਜੇਗਾ। ਗੌਰ ਨਾਲ ਸੁਣਿਓ, ਬੜੀਆਂ ਮਹਿੰਗੀਆਂ ਗੱਲਾਂ ਨੇ ਪਿਆਰਿਓ, ਬਰੀਕ ਵੀ ਨੇ, ਮਹਿੰਗੀਆਂ ਵੀ ਨੇ, ਉੱਚੀਆਂ ਵੀ ਨੇ, ਡੂੰਘੀਆਂ ਵੀ ਨੇ। ਅਤੇ ਉਹ ਕਹਿੰਦੇ ਤਾਰ ਨੂੰ ਜੇ ਵੱਧ ਕੱਸ ਦਈਏ ਤਾਂ ਇੱਕ ਤਾਰਾ ਵੱਜਦਾ ਨਹੀਂ, ਜੇ ਢਿੱਲੀ ਕਰ ਦਈਏ ਇੱਕ ਤਾਰਾ ਵੱਜਦਾ ਨਹੀਂ। ਅਤੇ ਉਹ ਕਹਿ ਰਿਹਾ ਸੀ ਉਸਤਾਦ ਕਿ ਜੇ ਤੂੰ ਇੱਕ ਤਾਰਾ ਵਜਾਉਣਾ ਸਿੱਖਣਾ ਚਾਹੁੰਦਾ ਹੈ, ਇੱਕ ਤਾਰੇ ਦੀ ਤਾਰ ਨਾ ਤਾਂ ਬਾਹਲੀ ਕਸੀ ਹੋਣੀ ਚਾਹੀਦੀ ਆ ਅਤੇ ਨਾ ਬਾਹਲੀ ਢਿੱਲੀ ਹੋਣੀ ਚਾਹੀਦੀ ਆ, ਉਹਦਾ ਬੈਲੈਂਸ ਬਣਾ, ਫਿਰ ਇੱਕ ਤਾਰਾ ਵੱਜੇਗਾ। ਮਹਾਤਮਾ ਬੁੱਧ ਦੀਆਂ ਜਿਹੜੀਆਂ ਅੱਖਾਂ ਖੁੱਲ੍ਹੀਆਂ ਇਹ ਗੱਲ ਸੁਣ ਕੇ, ਕੰਨਾਂ 'ਚ ਜਦੋਂ ਇਹ ਆਵਾਜ਼ ਪਈ ਆ, ਕਹਿੰਦੇ ਇੱਥੋਂ ਮੈਨੂੰ ਜ਼ਿੰਦਗੀ ਦਾ ਇੱਕ ਰਾਜ, ਇੱਕ ਰਹੱਸ ਪਤਾ ਲੱਗਿਆ। ਕਹਿੰਦੇ ਉਹ ਕਿਵੇਂ? ਕਹਿੰਦੇ ਜ਼ਿੰਦਗੀ ਨਾ ਤਾਂ ਬਹੁਤ ਕਸੀ ਹੋਣੀ ਚਾਹੀਦੀ ਆ ਅਤੇ ਨਾ ਬਹੁਤੀ ਢਿੱਲੀ ਹੋਣੀ ਚਾਹੀਦੀ ਆ। ਜਾਂ ਤਾਂ ਇਨਸਾਨ ਬਹੁਤ ਕਸੇ ਪਏ ਨੇ, ਖਿੱਚੇ ਪਏ ਨੇ, ਉਹਨਾਂ ਦਾ ਮੱਥਾ ਕ੍ਰੋਧ ਹੰਕਾਰ ਵਿੱਚ ਖਿੱਚਿਆ ਪਿਆ। ਕਈ ਬਾਹਲੇ ਲਾਪਰਵਾਹ ਢਿੱਲੇ ਹੀ ਨੇ। ਫਿਰ ਇਹਦੇ ਨਾਲ ਦੀਆਂ ਮੈਂ ਪੰਗਤੀਆਂ ਗੁਰੂ ਮਹਾਰਾਜ ਵਿੱਚੋਂ ਲੱਭੀਆਂ ਵੀ ਇਹਦੇ ਨਾਲ ਰਿਲੇਟਡ ਕੋਈ ਹੋਵੇਗੀ ਗੱਲ, ਤਾਂ ਉਹ ਮਿਲ ਗਈ। ਗੁਰੂ ਦੀ ਕਿਰਪਾ ਹੋਈ। ਇਵੇਂ ਕਰਕੇ ਪੰਗਤੀ ਹੈ ਉਹ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੋਹੂ ਬਵਸਥਾ ਤੇ ਜੋ ਮੁਕਤਾ, ਸੋਈ ਸਹੇਲਾ ਭਾਲੀਏ। ਇਹ ਪੰਗਤੀ ਹੈ, ਜਮਾ ਉਹਦੇ ਨਾਲ ਮਿਲਦੀ ਹੈ। ਜਿਹਦੇ ਘਰ ਵਿੱਚ ਬਹੁਤ ਹੈ ਉਹਨੂੰ ਸੰਸੇ ਲੱਗੇ ਪਏ ਨੇ। ਜਿਹਦੇ ਘਰੇ ਪੈਸਾ ਬਹੁਤ ਆ ਉਹਨੂੰ ਸੰਸਾ ਇਹ ਲੱਗਿਆ ਪਿਆ ਹੈ, ਇਹ ਤਾਂ ਸਭ ਕੁਝ ਆ ਗਿਆ ਪਰ ਉਹ ਨਹੀਂ ਆਇਆ ਜਿਹਦੇ ਨਾਲ ਰੱਜ ਆਉਂਦਾ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ, ਜਿਹਦੇ ਵਿਚਾਰੇ ਦੇ ਘਰੇ ਥੋੜ੍ਹੇ ਪੈਸੇ ਨੇ, ਸੋ ਫਿਰੈ ਪਰਮੰਤਾ, ਉਹ ਭੱਜਿਆ ਹੀ ਫਿਰਦਾ ਹੈ। ਦੋਹੂ ਬਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ। ਹੁਣ ਇਹਨਾਂ ਦੋਨਾਂ ਦੇ ਵਿਚਕਾਰ ਇੱਕ ਸੱਜਣ ਪਿਆਰਾ ਹੈ, ਉਹੀ ਬੰਦਾ ਹੈ, ਉਹਨੂੰ ਸੰਤ ਕਹਿ ਲਓ, ਉਹ ਹੈ। ਨਾ ਤਾਰ ਬਾਹਲੀ ਕਸੀ ਹੋਣੀ ਚਾਹੀਦੀ ਹੈ ਇੱਕ ਤਾਰੇ ਦੀ, ਨਾ ਤਾਰ ਢਿੱਲੀ ਹੋਣੀ ਚਾਹੀਦੀ ਹੈ। ਦੋਹੂ ਬਵਸਥਾ ਤੇ ਜੋ ਮੁਕਤਾ, ਸੋਈ ਸਹੇਲਾ ਭਾਲੀ ਹੈ। ਅੱਗੇ ਪੰਗਤੀ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ, ਮਾਤ ਪਿਤਾ ਬਨਤਾ ਸੁਤ ਬੰਦਪ, ਇਸ਼ਟ ਮੀਤ ਅਰ ਭਾਈ। ਮਾਤਾ ਪਿਤਾ, ਬਨਤਾ ਕਹਿੰਦੇ ਨੇ ਪਤਨੀ ਨੂੰ, ਜੀਵਨ ਸਾਥੀ ਨੂੰ, ਸੁੱਤ ਕਹਿੰਦੇ ਨੇ ਪੁੱਤਰ ਨੂੰ, ਬੰਦਪ ਕਹਿੰਦੇ ਨੇ ਰਿਸ਼ਤੇਦਾਰ ਨੂੰ, ਇਸ਼ਟ ਮੀਤ ਜਿਹੜੇ ਆਪਣੇ ਮਿੱਤਰ ਬਣਾਏ ਹੁੰਦੇ ਨੇ, ਅਰ ਭਾਈ ਦੇ ਅਰਥ ਆ ਭਰਾ। ਇਹੀ ਬੰਦੇ ਦੇ ਰਿਸ਼ਤੇ ਹੁੰਦੇ ਨੇ। ਮਾਤ ਪਿਤਾ ਬਨਤਾ ਸੁਤ ਬੰਦਪ, ਇਸ਼ਟ ਮੀਤ ਅਰ ਭਾਈ,
ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਤਾਂ ਕਿਸੇ ਪੂਰਬਲੇ ਕਰਮਾਂ ਕਰਕੇ ਇਕੱਠੇ ਹੋ ਗਏ ਹਾਂ, ਇਹਨਾਂ ਨੂੰ ਮਿਲੇ ਹਾਂ, ਪਰ ਇਹ ਵੀ ਉੱਥੇ ਨਹੀਂ ਸਹਾਈ ਹੋ ਸਕਦੇ ਜਿੱਥੇ ਕਿ ਗੁਰੂ ਦੇ ਗਿਆਨ ਨੇ ਖੜਨਾ ਹੈ। ਜਿੱਥੇ ਗੁਰੂ ਦੇ ਗਿਆਨ ਨੇ ਸਹਾਈ ਹੋਣਾ, ਉੱਥੇ ਇਹ ਨਹੀਂ ਸਹਾਈ ਹੋ ਸਕਦੇ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਬਹੁਤ ਬੰਦੇ ਕੋਲ ਚੀਜ਼ਾਂ ਹੋਣ, ਕਨਕ ਕਹਿੰਦੇ ਨੇ ਸੋਨੇ ਨੂੰ, ਲਾਲ ਹੀਰਾ, ਇੰਨੀਆਂ ਮਹਿੰਗੀਆਂ ਚੀਜ਼ਾਂ। ਮਨ ਰੰਜਨ ਦੇ ਅਰਥ ਨੇ ਮਨ ਨੂੰ ਖੁਸ਼ ਕਰਨ ਵਾਲੀ ਮਾਇਆ। ਮਨ ਰੰਜਨ ਕੀ ਮਾਇਆ, ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਵੀ ਹੋਵੇ, ਪਰ ਹਾ ਕਰਤ ਬਿਹਾਨੀ ਅਵਦੈ, ਤਾਂ ਮੈਂ ਸੰਤੋਖ ਨ ਪਾਇਆ। ਹਾਏ ਹਾਏ ਕਰਦੇ ਫਿਰ ਵੀ ਜ਼ਿੰਦਗੀ, ਹਾ ਕਰਤ। ਹਾ ਦੇ ਅਰਥ ਨੇ ਹਾਏ ਹਾਏ ਕਰਦਿਆਂ, ਬਿਹਾਨੀ ਅਵਦੈ। ਬਿਹਾਨੀ ਦੇ ਅਰਥ ਆ ਬੀਤ ਰਹੀ ਆ, ਅਵਦੈ ਦੇ ਅਰਥ ਆ ਉਮਰ ਮੇਰੀ ਫਿਰ ਵੀ ਇਵੇਂ ਬੀਤ ਰਹੀ ਆ, ਮੇਰੇ ਕੋਲ ਸਭ ਕੁਝ ਆ, ਤਾਂ ਮੈਂ ਸੰਤੋਖ ਨਾ ਪਾਇਆ। ਪਰ ਸੰਤੋਖ ਨਹੀਂ ਮਿਲਿਆ ਮੈਨੂੰ। ਤਾਂ ਧੌਲ ਧਰਮ ਦਇਆ ਕਾ ਪੂਤ, ਧਰਮ ਦਇਆ ਦਾ ਪੁੱਤਰ ਹੈ। ਦਇਆ ਤੋਂ ਸੰਤੋਖ ਦੀ ਪ੍ਰਾਪਤੀ ਹੁੰਦੀ ਆ, ਸੰਤੋਖ ਤੋਂ ਸਿਮਰਨ ਦੀ ਪ੍ਰਾਪਤੀ ਹੁੰਦੀ ਆ, ਸਿਮਰਨ ਤੋਂ ਕਰਤਾਰ ਦੀਆਂ ਬਖਸ਼ਿਸ਼ਾਂ ਆਉਂਦੀਆਂ ਨੇ। ਕਹਿਣ ਦਾ ਭਾਵ ਇਹ ਆ ਵੀ ਦਇਆ ਨਹੀਂ ਸੀ ਸਾਡੇ ਕੋਲੇ, ਤਾਂ ਇਵੇਂ ਜ਼ਿੰਦਗੀ ਬੀਤ ਗਈ। ਹਸਤ ਰਥ ਅਸਬ ਪਵਨ, ਤੇਜ ਧਣੀ ਭੂਮਣ ਚਤਰਾਂਗਾ। ਸਾਡੇ ਕੋਲ ਗੁਰੂ ਅਰਜਨ ਦੇਵ ਜੀ ਕਹਿੰਦੇ ਕਿਸੇ ਸੱਜਣ ਕੋਲ ਰਥ ਵੀ ਹੋਣ, ਬਹੁਤ ਭੱਜਣ ਵਾਲੇ ਤੇਜ਼ ਘੋੜੇ ਵੀ ਹੋਣ, 4 ਤਰ੍ਹਾਂ ਦੀ ਫੌਜ ਵੀ ਹੋਵੇ, 4 ਤਰੀਕਿਆਂ ਦੀ ਫੌਜ ਵੀ ਹੋਵੇ, ਜਲ ਸੈਨਾ, ਥਲ ਸੈਨਾ, ਹਵਾਈ ਸੈਨਾ, ਘੋੜ ਸਵਾਰ, ਇਹ ਸਭ ਕੁਝ ਹੋਵੇ, ਪਰ ਸੰਗ ਨਾ ਚਾਲਿਓ ਇਨਮੈ ਕਛੂ ਹੈ, ਊਠ ਸਧਾਇਓ ਨਾਂਗਾ। ਪਰ ਭਾਵ ਕਿ ਇਹ ਚੀਜ਼ਾਂ ਜ਼ਰੂਰੀ ਸੀ ਜਿਉਣ ਵਾਸਤੇ, ਕੋਠੀ, ਕਾਰ, ਗੱਡੀ, ਪੈਸਾ, ਦੌਲਤ, ਸ਼ੋਹਰਤ, ਪਰ ਇਹ ਨਹੀਂ ਨਾ ਵੀ ਸਾਰੀ ਜ਼ਿੰਦਗੀ ਇਹਨਾਂ ਲਈ ਹੀ ਆਪਾਂ ਕੱਢ ਦਈਏ। ਇਹ ਵੀ ਇੱਕ ਮੂਰਖਤਾ ਹੋਵੇਗੀ। ਹਾਂ ਜ਼ਰੂਰੀ ਨੇ, ਪਰ ਸੰਗ ਨਾ ਚਾਲਿਓ ਇਨਮੈ ਕਛੂ ਹੈ, ਊਠ ਸਧਾਇਓ ਨਾਂਗਾ। ਕੋਈ ਚੀਜ਼ ਵੀ ਇਹਨਾਂ ਦੇ ਵਿੱਚੋਂ ਨਾਲ ਨਹੀਂ ਜਾ ਰਹੀ, ਉਹ ਸਿਰਫ ਇੱਥੇ ਦੇ ਸੁੱਖਾਂ ਵਾਸਤੇ ਹੀ ਸਨ। ਜੋ ਨਾਲ ਜਾਣਾ ਸੀ ਉਹ ਉਸ ਦਿਨ ਜਦੋਂ ਮੈਂ ਜਾਣ ਲੱਗਾ ਉਦੋਂ ਯਾਦ ਆਈ। ਨਾ ਦੇਖਨੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਨੇ ਲਗਾ ਤਬ ਰੋਸ਼ਨੀ ਦੇਖੀ। ਘਰ ਵਿੱਚ ਦੀਵਾ ਬਲ ਰਿਹਾ ਸੀ, ਕਦੇ ਖਿਆਲ ਹੀ ਨਹੀਂ ਆਇਆ ਇਹੀ ਚਾਨਣ ਕਰਦਾ ਘਰ ਵਿੱਚ, ਇਹਦੇ ਸਹਾਰੇ ਚਾਨਣ। ਜਦੋਂ ਬੁਝ ਗਿਆ, ਬੁਝਣ ਲੱਗਾ, ਬਸ ਆਖਰੀ ਸਾਹ 'ਤੇ ਸੀ, ਉਹਨੂੰ ਪਤਾ ਲੱਗਾ ਸਭ ਕੁਝ ਇਹੀ ਸੀ। ਹਰ ਇੱਕ ਦਮ ਦੀ ਅਣਗਹਿਲੀ, ਹਰ ਇੱਕ ਸਾਹ ਦੀ ਅਣਗਹਿਲੀ ਇੱਕ ਵੱਡੀ ਮੌਤ ਹੈ। ਜ਼ਿੰਦਗੀ ਉਹੀ ਹੈ ਨੰਦ ਲਾਲ, ਜਿਹੜੀ ਹੀਲੇ ਹੁਜਤਾਂ ਤੋਂ ਬਿਨਾਂ ਉਹਦੀ ਯਾਦ ਵਿੱਚ ਗੁਜ਼ਰੇ। ਜਿਹਨੂੰ ਰੱਬ ਦੀ ਯਾਦ ਪ੍ਰਾਪਤ ਹੋ ਜਾਂਦੀ ਹੈ, ਉਹ ਤੁਛ ਤੋਂ ਗਿਆਨਵਾਨ ਹੋ ਜਾਂਦਾ ਹੈ। ਭਾਈ ਨੰਦ ਲਾਲ ਜੀ ਕਹਿੰਦੇ ਜਿਹਨੂੰ ਰੱਬ ਦੀ ਯਾਦ ਪ੍ਰਾਪਤ ਹੋ ਜਾਂਦੀ ਹੈ, ਉਹ ਤੁਛ ਜਿਹਾ ਬੰਦਾ, ਉਹ ਰੇਤ ਦਾ ਕਿਣਕਾ ਵੀ ਗਿਆਨਵਾਨ ਹੋ ਜਾਂਦਾ ਹੈ। ਹਰ ਕੇ ਸੰਤ, ਅਖੀਰਲੀਆਂ ਪੰਕਤੀਆਂ ਵਿੱਚ ਨੇ, ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ। ਹਰੀ ਦੇ ਪਿਆਰੇ, ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਉਹ ਰੱਬ ਨੂੰ ਬਹੁਤ ਪਿਆਰੇ ਹੁੰਦੇ ਨੇ, ਅਤੀ ਪਿਆਰੇ ਹੁੰਦੇ ਨੇ। ਫਿਰ ਉਹਨਾਂ ਦੇ ਸੰਗ ਹੋ ਕੇ ਤਾਕੈ ਹਰ ਹਰ ਗਾਈਐ, ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ। ਉਹਨਾਂ ਨੂੰ ਮਿਲ ਕੇ ਉਹਦਾ ਰਿਜ਼ਲਟ ਕੀ ਹੋਵੇਗਾ? ਨਾਨਕ ਈਹਾਂ ਸੁਖ, ਈਹਾਂ ਸੁਖ, ਇੱਥੇ ਵੀ ਬੜਾ ਆਨੰਦ ਵਿੱਚ ਰਹੋਗੇ। ਸੁੱਖ ਇਕੱਲੇ ਪੈਸੇ ਦੇ ਨਾਲ ਨਹੀਂ ਆ। ਬਹੁਤ ਲੋਕ ਆ ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ ਹੈ ਪਰ ਉਹ ਸੁਖੀ ਨਹੀਂ ਹੈਗੇ। ਤਾਂ ਅਰਥ ਕੀ ਹੋ ਗਿਆ? ਪੈਸੇ ਨਾਲ ਸਹੂਲਤਾਂ ਤਾਂ ਆ ਜਾਂਦੀਆਂ ਨੇ, ਸੁੱਖ ਨਹੀਂ ਆਉਂਦਾ। ਸਹੂਲਤਾਂ ਦਾ ਮਿਲਣਾ ਕੁਝ ਹੋਰ ਹੈ,
ਸਭ ਕੁਝ ਦਾ ਮਿਲਣਾ ਸਭ ਕੁਝ ਦਾ ਮਿਲਣਾ ਨਹੀਂ ਆ, ਪਰਮਾਤਮਾ ਦਾ ਮਿਲਣਾ ਸਭ ਕੁਛ ਦਾ ਮਿਲਣਾ ਹੈ। ਨਾਨਕ ਈਹਾਂ ਸੁਖ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬਹਿ ਕੇ ਕਿਆ ਹੋਇਆ ਵਾਹਿਗੁਰੂ ਤੁਹਾਡੇ ਅੰਦਰ ਨੂੰ ਟਿਕਾ ਦਿੰਦਾ ਹੈ, ਟੁੱਟੇ ਹੋਏ ਮਨ ਨੂੰ ਜੋੜ ਦਿੰਦਾ ਹੈ। ਆਗੈ ਮੁਖ ਊਜਲ, ਆਉਣ ਵਾਲੇ ਦਿਨ ਵੀ ਸੋਹਣੇ ਬਣ ਜਾਂਦੇ ਨੇ। ਇਹ ਤਾਂ ਇਵੇਂ ਹੀ ਆ ਨਾ, ਮੈਂ ਅੱਜ ਕੋਈ ਬੀਜ ਬੀਜਿਆ, ਅੱਜ ਕੋਈ ਮੈਂ ਬੀਜ ਬੀਜਿਆ, ਆਉਣ ਵਾਲੇ ਸਮੇਂ 'ਚ ਉਹਨੇ ਫਲੀ ਭੂਤ ਹੋਣਾ ਹੈ। ਕਈ ਵਾਰ ਸਮਾਂ ਲੱਗ ਜਾਂਦਾ, ਕਈ ਬੂਟੇ ਐਸੇ, ਇਮਲੀ ਦਾ ਪੌਦਾ 100 ਸਾਲ ਬਾਅਦ ਫਲ ਦਿੰਦਾ, ਇਹੋ ਜਿਹਾ ਹੈ। ਕਈ ਥੋੜ੍ਹੇ ਦਿਨਾਂ ਬਾਅਦ ਹੀ ਦੇ ਦਿੰਦੇ ਆ, 6 ਮਹੀਨਿਆਂ ਬਾਅਦ ਆਪਾਂ ਬਾਕੀ ਜਿਹੜੀਆਂ ਫਸਲਾਂ ਬੀਜਦੇ ਹਾਂ ਸਾਰੇ ਤੁਸੀਂ ਜਾਣਦੇ ਹੋ, ਆਪਾਂ ਕੱਟ ਲੈਂਦੇ ਹਾਂ। ਹੁਣ ਜੋ ਮੈਂ ਆਉਣ ਵਾਲੇ ਸਮੇਂ 'ਚ ਪਾਉਣਾ ਚਾਹੁੰਦਾ ਹਾਂ ਤਾਂ ਮੈਨੂੰ ਉਹਦੇ ਕਰਮ ਅੱਜ ਹੀ ਕਰਨੇ ਪੈਣਗੇ। ਸੰਗ ਸੰਤਨ ਕਹਿ ਪਾਈਏ, ਸੋ ਅੱਜ ਹੀ ਨਹੀਂ, ਹੁਣੇ ਹੀ ਤੈਨੂੰ ਰੱਬ ਦੀ ਯਾਦ ਵਿੱਚ ਜੁੜਨਾ ਚਾਹੀਦਾ ਹੈ, ਜਿਹਦੇ ਕਰਕੇ ਆਉਣ ਵਾਲੇ ਦਿਨ ਤੇਰੇ ਸੋਹਣੇ ਹੋਣ। ਤੇ ਆਹ ਵਾਲਾ ਦਿਨ ਹਰ ਦਮ ਦੀ ਅਣਗਹਿਲੀ ਇੱਕ ਵੱਡੀ ਮੌਤ ਹੈ। ਨੰਦ ਲਾਲ ਜੀ ਤੋਂ ਪੁੱਛਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿ ਨੰਦ ਲਾਲ ਤੈਨੂੰ ਕੀ ਲੱਗਦਾ ਵੀ ਮੌਤ ਕੀ ਹੁੰਦੀ ਆ? ਕਹਿੰਦੇ ਰੱਬ ਨੂੰ ਭੁੱਲ ਜਾਣਾ ਇਹੀ ਮੌਤ ਆ। ਤੇ ਚੀਸਤ ਸ਼ਾਦੀ, ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਕੀ ਆ ਨੰਦ ਲਾਲ? ਖੁਸ਼ੀ ਕੀ ਆ? ਜ਼ਿੰਦਗੀ ਕੀ ਆ? ਰੱਬ ਦੀ ਯਾਦ ਆਉਣੀ ਹੀ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਹੈ, ਇਹੀ ਜ਼ਿੰਦਗੀ ਹੈ। ਰੱਬ ਦੀ ਯਾਦ ਵਿੱਚ ਜਦੋਂ ਆਪਾਂ ਜੁੜਦੇ ਹਾਂ ਉਦੋਂ ਸਾਡਾ ਮਨ ਇਤਨਾ ਖੂਬਸੂਰਤ ਹੋ ਜਾਂਦਾ ਹੈ, ਤਾਂ ਕਹਿਣਾ ਪਵੇਗਾ ਖੂਬਸੂਰਤ ਲੋਕ ਕੁਝ ਹੋਰ ਹੁੰਦੇ ਨੇ, ਜ਼ਰੂਰੀ ਨਹੀਂ ਹੁੰਦਾ ਉਹ ਸੋਹਣੇ ਹੋਣ। ਖੂਬਸੂਰਤ ਲੋਕ ਜਿਹੜੇ ਹੁੰਦੇ ਨੇ ਉਹ ਕੁਝ ਹੋਰ ਹੁੰਦੇ ਆ, ਜ਼ਰੂਰੀ ਨਹੀਂ ਹੁੰਦਾ ਉਹਨਾਂ ਦੀ ਸ਼ਕਲ ਸੋਹਣੀ ਹੋਵੇ। ਇਸ ਕਰਕੇ ਆਪਾਂ ਉਹ ਬਣਨਾ ਹੈ ਜਿਨ੍ਹਾਂ ਦੀਆਂ ਗੱਲਾਂ ਵੀ ਚੰਗੀਆਂ ਨੇ, ਜਿਹੜੇ ਆਪ ਵੀ ਚੰਗੇ ਨੇ। ਅਸੀਂ ਉਹ ਨਹੀਂ ਬਣਨਾ ਜਿਨ੍ਹਾਂ ਦੀਆਂ ਕੇਵਲ ਗੱਲੀ ਹੋਂ ਸੁਹਾਗਣ ਭੈਣੇ, ਕੰਤ ਨ ਕਬਹੂ ਮੈਂ ਮਿਲਿਆ। ਇਹ ਪੰਕਤੀ ਮੈਨੂੰ ਬਹੁਤ ਸੋਹਣੀ ਲੱਗਦੀ ਹੈ, ਸਾਰੀਆਂ ਹੀ ਸੋਹਣੀਆਂ ਨੇ, ਕਈ ਬਸ ਦਿਲ 'ਤੇ ਜ਼ਿਆਦਾ ਮਤਲਬ ਤੁਹਾਡੇ ਹਿਰਦੇ ਨੂੰ ਟੁੰਬਦੀਆਂ ਨੇ। ਗੱਲੀ ਹੋਂ ਸੁਹਾਗਣ ਭੈਣੇ ਤੇ ਕੰਤ ਨ ਕਬਹੂ ਮੈਂ ਮਿਲਿਆ। ਮੈਂ ਤਾਂ ਗੱਲਾਂ ਦੇ ਨਾਲ ਹੀ ਸੁਹਾਗਣ ਹੋ ਗਈ, ਰੱਬ ਦੇ ਤਾਂ ਮੈਨੂੰ ਦੀਦਾਰ ਹੀ ਨਹੀਂ ਹੋਏ। ਕੱਪੜੇ ਮੈਂ 5 ਕੱਕੇ ਪਾ ਲਏ, ਗੱਲਾਂ ਬਾਤਾਂ ਦੇ ਨਾਲ ਆਖਿਆ ਗੁਰੂ ਤੇਰਾ ਸਿੱਖ ਹਾਂ, ਪਰ ਤੇਰੇ ਦੀਦਾਰ ਤਾਂ ਨਹੀਂ ਨਾ ਮੈਨੂੰ ਹੋਏ। ਇਹ ਆਖ ਰਹੇ ਆ। ਫਰੀਦ ਜੀ ਦਾ ਇੱਕ ਸ਼ਲੋਕ ਆ, ਬਹੁਤ ਸੋਹਣਾ ਹੈ। ਇਹ ਕਹਿ ਕੇ ਸਮਾਪਤੀ ਆਪਾਂ ਕਰ ਦੇਣੀ ਆ, ਬੜੇ ਧਿਆਨ ਨਾਲ ਸੁਣਿਓ। ਜਾਂ ਕੁਆਰੀ ਤਾਂ ਚਾਓ, ਜਾਂ ਕੁਆਰੀ ਤਾਂ ਚਾਓ, ਵੀ ਵਾਹੀ ਤਾਂ ਮਾਮਲੇ। ਜਦੋਂ ਕੋਈ ਬੱਚੀ ਕੁਆਰੀ ਹੁੰਦੀ ਆ, ਉਹਦੀ ਸਹੇਲੀ ਵਿਆਹੀ ਜਾਂਦੀ ਆ, ਉਹ ਸੁਹਾਗ ਦਾ ਜੋੜਾ, ਚੂੜਾ, ਕਲੀਰੇ, ਦੁਲਹਨ ਬਣ ਜਾਂਦੀ ਆ। ਉਹਦਾ ਵੀ ਫਰੀਦ ਜੀ ਕਹਿੰਦੇ ਦਿਲ ਕਰਦਾ ਮੈਂ ਵੀ ਇਹਦੇ ਵਾਂਗੂ ਹੋ ਜਾ। ਇਹ ਸੋਹਣੀ ਲੱਗਦੀ ਆ, ਫੱਬਦੀ ਆ, ਪਿਆਰੀ ਲੱਗਦੀ ਆ। ਪਰ ਕਹਿੰਦੇ ਜਦੋਂ ਉਹਦਾ ਵਿਆਹ ਕਰ ਦਿੰਦੇ ਨੇ ਮਾਪੇ, ਕਬੀਲਦਾਰੀ ਪੈ ਜਾਂਦੀ ਆ। ਕਹਿੰਦੀ ਕਦੋਂ ਮੈਂ ਕੁਆਰੀ ਹੋਵਾਂ ਹੁਣ। ਦਿਲ ਉਹਦਾ ਕਰਦਾ ਵੀ ਕੁਆਰੀ ਹੋ ਜਾ। ਜਾਂ ਕੁਆਰੀ ਤਾਂ ਚਾਓ, ਜਦੋਂ ਕੁਆਰੀ ਸੀ ਚਾਅ ਸੀ ਵਿਆਹ ਕਰਾਉਣ ਦਾ, ਜਦੋਂ ਵਿਆਹ ਦਿੱਤੀ ਵੀ ਵਾਹੀ ਤਾਂ ਮਾਮਲੇ, ਉਦੋਂ ਕਬੀਲਦਾਰੀ ਸਾਂਭਣੀ ਔਖੀ ਲੱਗਦੀ ਆ। ਹੁਣ ਵੱਤ ਕੁਆਰੀ ਨਾ ਥੀ, ਹੁਣ ਮੁੜ ਕੁਆਰੀ ਨਹੀਂ ਹੋਇਆ ਜਾਣਾ, ਹੁਣ ਨਹੀਂ ਕੁਆਰੀ ਹੋਇਆ ਜਾਣਾ। ਇਹ ਤਾਂ ਇਹਦੇ ਅੱਖਰੀ ਅਰਥ ਹੀ ਆ, ਉੱਪਰੋਂ ਹੀ ਅਰਥ ਆ ਇਹਦੇ। ਹੁਣ ਭਾਵ ਅਰਥ ਕੀ ਨੇ, ਅਸਲੀ ਅਰਥ ਕੀ ਨੇ ਇਹਦੇ? ਸੰਤਾਂ ਨੂੰ ਦੇਖ ਕੇ, ਕਿਸੇ ਅੰਮ੍ਰਿਤ ਛਕੇ ਵਾਲੇ ਇਨਸਾਨ ਨੂੰ, ਗੁਰਸਿੱਖ ਨੂੰ ਦੇਖ ਕੇ ਮੇਰਾ ਵੀ ਦਿਲ ਕੀਤਾ ਮੈਂ ਵੀ ਅੰਮ੍ਰਿਤ ਛਕ ਲਾਂ। ਜਾਂ ਕਿਸੇ ਸਾਧੂ ਸੰਤ ਵੱਲ ਵੇਖ ਕੇ, ਬਾਣਾ ਪਾਇਆ ਦੇਖ ਕੇ ਮੈਂ ਕਿਹਾ ਮੈਂ ਵੀ ਇਹਦੇ ਵਾਂਗੂ ਹੋ ਜਾ। ਤੇ ਮੈਂ ਵੀ ਉਹ ਉੱਧਰ ਆ ਕੇ ਬਾਣਾ ਪਾ ਲਿਆ, 5 ਕੱਕੇ ਪਾ ਲਏ। ਕੱਕੇ ਪਾ ਕੇ ਕਰਨੀ ਬੰਦਗੀ ਸੀ, ਹੋ ਨਹੀਂ ਸਕੀ, ਬੰਦਗੀ ਹੋ ਨਹੀਂ ਸਕੀ। ਗੱਲੀ ਹੋਂ ਸੁਹਾਗਣ ਭੈਣੇ,
ਕੰਤ ਨ ਕਬਹੂ ਮੈਂ ਮਿਲਿਆ। ਹੁਣ ਅੱਗੇ ਜਾਣਾ ਬਹੁਤ ਔਖਾ, ਬੰਦਗੀ ਅੱਗੇ ਜਾਣਾ ਹੀ ਆ, ਪਿੱਛੇ ਮੁੜਨਾ ਉਦੋਂ ਵੀ ਔਖਾ ਹੈ। ਕੱਕੇ ਲਾ ਵੀ ਨਹੀਂ ਸਕਦੇ, 5 ਕੱਕੇ ਕਕਾਰ, ਅੱਗੇ ਵੀ ਨਹੀਂ ਜਾਇਆ ਜਾਂਦਾ। ਇੱਥੇ ਖੜੇ ਆ, ਨਾ ਸੰਸਾਰੀ ਨਾ ਨਿਰੰਕਾਰੀ, ਬਸ ਇਹਨੂੰ ਕਹਿੰਦੇ ਆ ਦੁਬਿਧਾ। ਇਹਨੂੰ ਕਹਿੰਦੇ ਆ ਵੀ ਚਾਅ ਨਾਲ ਪਹਿਲਾਂ ਚੀਜ਼ ਕਰ ਲਈ, ਸਾਂਭਣੀ ਬੜੀ ਔਖੀ ਆ ਪਿਆਰਿਓ। ਬੱਚੀਆਂ ਹੁੰਦੀਆਂ ਨੇ, ਸਹੇਲੀਆਂ ਨੂੰ ਵੇਖ ਕੇ ਕਹਿੰਦੀਆਂ ਬਹੁਤ ਸੋਹਣੀ ਲੱਗ ਰਹੀ ਆ ਤੂੰ ਦੁਲਹਨ ਬਣ ਕੇ, ਮੈਂ ਵੀ ਦੁਲਹਨ ਬਣ ਜਾ। ਪਰ ਉਹ ਬਾਲੜੀ ਨੂੰ ਪਤਾ ਨਹੀਂ ਕਬੀਲਦਾਰੀ ਸਾਂਭਣੀ ਬਹੁਤ ਔਖੀ ਹੈ। 5 ਕੱਕੇ ਪਾਉਣੇ ਬਹੁਤ ਸੌਖੇ ਨੇ, ਬੰਦਗੀ ਕਰਨੀ ਕਬੀਲਦਾਰੀ ਤੋਂ ਵੀ ਕੁਝ ਉੱਪਰ ਦੀਆਂ ਗੱਲਾਂ ਨੇ। ਹਰ ਇੱਕ ਦਮ ਦੀ ਅਣਗਹਿਲੀ ਨੰਦ ਲਾਲ, ਇੱਕ ਵੱਡੀ ਮੌਤ ਹੈ। ਜ਼ਿੰਦਗੀ ਫਿਰ ਕੀ ਆ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜ਼ਿੰਦਗੀ ਉਹੀ ਆ ਜਿਹੜੀ ਕਿਸੇ ਬਿਨਾਂ ਹੀਲੇ ਹੁਜਤਾਂ ਤੋਂ ਤੇਰੀ ਯਾਦ ਵਿੱਚ ਗੁਜ਼ਰੇ। ਜਿਹੜਾ ਤੈਨੂੰ ਪਰਮਾਤਮਾ ਯਾਦ ਕਰਦਾ ਹੈ, ਜਿਹਨੂੰ ਤੇਰੀ ਯਾਦ ਆਉਂਦੀ ਹੈ, ਰੱਬ ਦੀ ਯਾਦ ਆਉਂਦੀ ਹੈ, ਜਿਹਨੂੰ ਰੱਬ ਦੀ ਯਾਦ ਪ੍ਰਾਪਤ ਹੋ ਜਾਂਦੀ ਆ, ਉਹ ਤੁੱਛ ਜਿਹਾ ਬੰਦਾ ਗਿਆਨਵਾਨ ਹੋ ਜਾਂਦਾ ਹੈ। ਉਹ ਰੇਤ ਦਾ ਕਿਣਕਾ ਵੀ ਮਹਾਨ ਹੋ ਜਾਂਦਾ ਹੈ, ਜਿਹਦੇ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਸੋ ਆਪਾਂ ਸਾਰਿਆਂ ਨੂੰ ਇਹ ਜ਼ਿੰਦਗੀ ਮਿਲੀ ਹੋਈ ਆ। ਕਿਸੇ ਦਾ ਸਟੇਸ਼ਨ ਮੌਤ ਦਾ ਪਹਿਲਾਂ ਆ ਜਾਏਗਾ, ਕਿਸੇ ਦਾ ਥੋੜ੍ਹਾ ਬਾਅਦ ਆ ਜਾਏਗਾ। ਇਹ ਕੋਈ ਨਹੀਂ ਜਾਣਦਾ ਮੇਰਾ ਸਟੇਸ਼ਨ, ਤੁਹਾਡਾ ਸਟੇਸ਼ਨ ਕਦੋਂ ਆਵੇਗਾ। ਅਸੀਂ ਸਾਰੇ ਇੱਕ ਗੱਡੀ 'ਚ ਬੈਠੇ ਹਾਂ, ਉਹਦਾ ਨਾਮ ਜ਼ਿੰਦਗੀ ਹੈ, ਅਤੇ ਸਾਰਿਆਂ ਨੇ ਸਟੇਸ਼ਨ 'ਤੇ ਉਤਰ ਜਾਣਾ ਹੈ। ਅੱਜ ਨਹੀਂ ਤਾਂ ਕੱਲ੍ਹ ਸਭ ਦਾ ਸਟੇਸ਼ਨ ਆਉਣਾ ਹੀ ਆ। ਇੱਦੋਂ ਪਹਿਲਾਂ ਸਟੇਸ਼ਨ 'ਤੇ ਉਤਰੀਏ, ਉਦੋਂ ਪਹਿਲਾਂ ਗੱਡੀ ਵਿੱਚ ਬੈਠੇ ਹਾਂ। ਲੜੀਏ ਨਾ, ਝਗੜੀਏ ਨਾ, ਪਿਆਰ ਨਾ ਰਹੀਏ। ਪਤਾ ਕਿਉਂ? ਕਿਉਂਕਿ ਸਾਰਿਆਂ ਨੇ ਉਤਰਨਾ ਹੈ, ਸਾਰਿਆਂ ਨੇ ਚਲੇ ਜਾਣਾ ਹੈ। ਇੱਕੋ ਯਾਰੀ ਇਕੱਲੇ ਰੱਬ ਵਾਲੀ, ਬਾਕੀ ਯਾਰੀਆਂ ਸਭ ਖੁਆਰੀਆਂ ਨੇ। ਜਿਨ੍ਹਾਂ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ, ਉਹਨਾਂ ਜਿੱਤੀਆਂ ਬਾਜ਼ੀਆਂ ਵੀ ਹਾਰੀਆਂ ਨੇ। ਜੋ ਕੁਝ ਲਿਖਿਆ ਵਿੱਚ ਨਸੀਬ ਸਾਡੇ, ਉਹੀ ਤੂੰ ਲੈਣਾ, ਉਹੀ ਮੈਂ ਲੈਣਾ। ਤੇਰੀਆਂ ਮੇਰੀਆਂ ਆਕੜਾਂ ਕਿਸ ਕਾਰੇ, ਤੂੰ ਵੀ ਢਹਿ ਪੈਣਾ, ਮੈਂ ਵੀ ਢਹਿ ਪੈਣਾ। ਸੱਦਾ ਆਇਆ ਤੇ ਬੁੱਕਲਾਂ ਮਾਰ ਟੁਰਨਾ, ਨਾ ਕੁਝ ਤੂੰ ਲੈਣਾ ਨਾ ਮੈਂ ਲੈਣਾ। ਜੋ ਗੁਜ਼ਰੇਗੀ ਸੋ ਜਾਣ ਆਪਣੀ, ਤੇ ਉਹੀ ਤੂੰ ਸਹਿਣਾ, ਉਹੀ ਮੈਂ ਸਹਿਣਾ। ਕੋਈ ਜਾਣੇ ਕਵਣ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕੀ ਨਿਰਮਲ ਰੀਤ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਕਿਰਪਾ ਕਰਨ। ਜੋ ਵੀ ਆਪਾਂ ਵਿਚਾਰ ਕੀਤੀ ਹੈ ਸਾਡੇ ਦਿਲਾਂ 'ਚ ਵਸੇ। ਅਸੀਂ ਆਪਣੇ ਸੁਭਾਅ ਨੂੰ ਸੋਹਣਾ ਬਣਾਈਏ, ਆਪਦੇ ਨੇਚਰ ਨੂੰ ਵਧੀਆ ਬਣਾਈਏ। ਆਪ ਖੁਸ਼ ਰਹੋ, ਦੂਜਿਆਂ ਨੂੰ ਖੁਸ਼ ਰੱਖੋ। ਜੇ ਕਿਸੇ ਨੂੰ ਸੁੱਖ ਨਹੀਂ ਦੇ ਸਕਦੇ, ਦੁਖੀ ਵੀ ਨਾ ਕਰੋ। ਇਹਨੂੰ ਵੀ ਇੱਕ ਤਰ੍ਹਾਂ ਦੀ ਬੰਦਗੀ ਕਹਿੰਦੇ ਨੇ। ਆਓ ਰਲ ਮਿਲ ਕੇ ਆਪਾਂ ਪਿਆਰ ਨਾਲ ਵਾਹਿਗੁਰੂ ਕਹਿ ਲਈਏ। ਗੁਰੂ ਅਰਜਨ ਦੇਵ ਜੀ ਦੀ ਸ਼ਾਨ ਬਹੁਤ ਉੱਚੀ ਹੈ, ਭਗਤ ਫਰੀਦ ਜੀ ਦੀ ਸ਼ਾਨ ਬੜੀ ਨਿਰਾਲੀ ਹੈ। ਬੋਲਦਿਆਂ ਇੱਕ ਨਹੀਂ ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗ ਤੇ ਸਤਿਗੁਰੂ ਜੀ ਬਖਸ਼ ਲੈਣ। ਅੱਗੇ ਵਾਸਤੇ ਅਸੀਸ ਬਖਸ਼ੋ ਜੀ। ਗੁਰੂ
ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ।